ਪੀਡੀਆਈ ਪੂਰੇ ਜ਼ੋਰੋ ਸ਼ੋਰ ਨਾਲ ਜਿੱਤੇ। 75 ਦੇ ਵਿੱਚੋਂ ਇਸ ਟਾਈਮ ਨਾ ਸ਼ੇਰ ਤੋਂ ਇਲਾਵਾ ਜਿਹੜਾ ਨਾ ਕੋਈ ਬੰਦਾ ਨਹੀਂ ਜਿੱਤ ਸਕਦਾ। ਚੋਰ ਤਰੀਖ ਤੇ ਆਉਂਦਾ ਨਾ ਉਹ ਅੱਜ ਵਿਕਟਰੀ ਬਣਾਉਂਦਾ ਤੇ ਵਾਮ ਹਾਰ ਪਾਉਂਦੇ ਕਰਿਆ ਉਹ ਵੀ ਨਹੀਂ ਉਹ ਪੂਰਾ ਕਰੇਗਾ। ਡਸਕਾ ਤੇ ਐਮਕੇਐਮ ਦਾ ਗੜ ਬਣਿਆ। ਅਸੀਂ ਪਹਿਲਾਂ ਮਰਾਹਾਂ ਦੇ ਵੋਟ ਸਾ, ਹੁਣ ਮਰਾਹਾਂ ਨੂੰ ਵੋਟ ਨਹੀਂ ਦੇ। ਕੈਂਡੀਡੇਟ ਨੇ ਲਿਖ ਕੇ ਦਿੱਤਾ ਸਾਨੂੰ 337 ਪੋਲਿੰਗ ਸਟੇਸ਼ਨ ਤੇ ਕੋਈ ਇਤਰਾਜ਼ ਨਹੀਂ। अस्सलाम वालेकुम। ਵਾਲੇਕਮ ਸਲਾਮ। भाईजान हल्का NA 75 ਦਾ ਦੁਬਾਰਾ ਇਲੈਕਸ਼ਨ ਕਰਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਤੁਸੀਂ ਕੀ ਸਮਝਦੇ ਹੋ ਇਹ ਫੈਸਲਾ ਠੀਕ ਹੋਇਆ? ਫੈਸਲਾ ਜਿਹੜਾ ਹੋਇਆ ਨਾ ਆਲਰੇਡੀ ਸੁਪਰੀਮ ਕੋਰਟ ਨੇ ਆਪਣੇ ਰਿਮਾਰਕਸ ਤੋਂ ਹਟ ਕੇ ਫੈਸਲਾ ਦਿੱਤਾ ਹੈ। ਜਿਹੜੇ ਹੀਅਰਿੰਗ ਦੇ ਦੌਰਾਨ ਰਿਮਾਰਕਸ ਹਨ ਇਹ ਮਾਫੀਆ ਦੇ ਡਰ ਤੋਂ ਸੁਪਰੀਮ ਕੋਰਟ ਨੇ, ਜਿਵੇਂ ਮਰੀਮ ਨਵਾਜ਼ ਦਾ ਸੋਸ਼ਲ ਮੀਡੀਆ ਬ੍ਰਿਗੇਡ ਉਮਰ ਤਾਬ ਬੰਦਿਆਲ ਸਾਹਿਬ ਨੂੰ ਗਾਲੀ ਗਲੋਚ ਕਰ ਰਿਹਾ ਹੈ ਨਾ, ਸੁਪਰੀਮ ਕੋਰਟ ਨੇ ਆਪਣਾ ਲੰਘ ਬਚਾਇਆ। ਜਦ ਕਿ ਕੈਂਡੀਡੇਟ ਨੇ ਲਿਖ ਕੇ ਦਿੱਤਾ ਸਾਨੂੰ 337 ਪੋਲਿੰਗ ਸਟੇਸ਼ਨ ਤੇ ਕੋਈ ਇਤਰਾਜ਼ ਨਹੀਂ ਤੇ ਇਲੈਕਸ਼ਨ ਕਮਿਸ਼ਨ ਨੇ ਇੱਕ ਤਰਫਾ ਫੈਸਲਾ ਦੇ ਦਿੱਤਾ ਰੀਪੋਲ। ਇਸ ਤਰ੍ਹਾਂ ਪਾਕਿਸਤਾਨ 'ਚ ਹੋਇਆ ਨਹੀਂ ਕਦੇ। ਅੱਛਾ, ਇਹ ਜਿਹੜਾ ਤੁਸੀਂ ਮਾਫੀਆ ਦੀ ਬਾਤ ਕਰਦੇ ਪਏ ਹੋ ਕਿਹੜਾ ਮਾਫੀਆ ਉਹ? ਇਹ ਸਾਰੇ ਜਿੰਨੇ ਪੋਲੀਟੀਕਲ ਪਾਰਟੀਆਂ ਤੁਹਾਡੀਆਂ, ਪੀਪਲ ਪਾਰਟੀ ਹੈ, ਨੋ ਲੀਗ ਹੈ, ਸਾਰਾ ਮਾਫੀਆ। ਹਰਾਮ ਦਾ ਪੈਸਾ ਨਾ ਕੋਈ ਬੇਸ਼ੁਮਾਰ ਹੈ। ਪਹਿਲੇ ਲੋਕ ਨੂੰ ਤੜੀਆਂ ਲਾਉਂਦੇ ਨੇ, ਫਿਰ ਉਹਨਾਂ ਦਾ ਮਾਨ ਖਰੀਦਦੇ ਨੇ। ਉਹ ਅਸਰਅੰਦਾਜ਼ ਹੁੰਦੇ ਨੇ ਫੈਸਲਿਆਂ ਦੇ। ਆ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਬਿਹਤਰ ਜਾਣਦੇ ਹੋ, ਅਸਰਅੰਦਾਜ਼ ਹੋਏ ਨੇ ਨਾ। ਕਿਸ ਤਰ੍ਹਾਂ 40 ਪੋਲਿੰਗ ਸਟੇਸ਼ਨਾਂ ਤੇ ਨਹੀਂ ਹੋਇਆ, 14 ਦੇ 18 ਦੇ ਦੁਬਾਰਾ ਰੀਪੋਲ। ਕਿਹੜਾ ਜਿਹੜਾ ਇਲੈਕਸ਼ਨ ਹੈ ਪਾਕਿਸਤਾਨ ਜਿੱਥੇ ਫਾਇਰਿੰਗ ਨਹੀਂ ਹੁੰਦੀ? ਅੱਛਾ, ਅਗਰ ਜਿਸ ਤਰ੍ਹਾਂ ਤੁਸੀਂ ਇੱਕ ਬਾਤ ਕਰਦੇ ਪਏ ਹੋ ਕਿ ਜਿਹੜੀਆਂ ਅਦਾਲਤਾਂ ਨੇ ਉਹ ਇਹਨਾਂ ਤੋਂ ਪ੍ਰੈਸ਼ਰਾਈਜ਼ ਹੋ ਕੇ ਫੈਸਲਾ ਦਿੱਤਾ, ਅਗਰ ਇਹ ਬਾਤ ਹੈ ਤੇ ਫਿਰ ਤੇ ਅਸੀਂ ਆਪਣੇ ਨਿਜ਼ਾਮ ਨੂੰ ਲਾਫ ਅਸੀਂ ਕਹਿ ਸਕਦੇ ਹਾਂ। ਇਨਸ਼ਾਅੱਲਾ ਬਿਹਤਰ ਦੀ ਉਮੀਦ ਰੱਖਣੀ ਚਾਹੀਦੀ ਹੈ। ਸਾਡੀ ਦੁਆ ਹੈ ਸਾਡਾ ਪਾਕਿਸਤਾਨ ਇਨਸ਼ਾਅੱਲਾ ਸਰਵਾਈਵ ਕਰੇ, ਦਿਨ ਬ ਦਿਨ ਬਿਹਤਰੀ ਹੋਏ। ਫਿਲਹਾਲ ਤੇ ਜੋ ਹੋ ਰਿਹਾ ਤੁਹਾਨੂੰ ਨਜ਼ਰ ਆ ਰਿਹਾ, ਕਿਸ ਤਰ੍ਹਾਂ ਇੱਕ ਘੰਟੇ ਦੇ ਨੋਟਿਸ ਤੇ ਜ਼ਮਾਨਤਾਂ ਮਿਲਦੀਆਂ ਨੇ, ਕਿਸ ਤਰ੍ਹਾਂ ਇੱਕ ਤਰਫਾ ਫੈਸਲੇ ਹੁੰਦੇ ਨੇ। ਬਹਰਹਾਲ ਸਾਨੂੰ ਅੱਛੇ ਦੀ ਉਮੀਦ ਹੈ, ਇਨਸ਼ਾਅੱਲਾ ਅੱਛਾ ਹੋਏਗਾ। ਹਲਕਾ NA 75 ਦਾ ਜਿਹੜਾ ਇਲੈਕਸ਼ਨ ਹੈ ਉਹ ਦੁਬਾਰਾ ਕਰਾਉਣ ਦਾ ਐਲਾਨ ਕੀਤਾ, ਤੁਸੀਂ ਇਸ ਦੇ ਬਾਰੇ ਕੀ ਬਿਲਕੁਲ ਕਹਿੰਦੇ? ਸਹੀ ਫੈਸਲਾ ਕੀਤਾ। ਸਹੀ ਹੋਇਆ? ਬਿਲਕੁਲ ਸਹੀ ਫੈਸਲਾ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਡਸਕੇ ਸਾਰਿਆਂ ਨੂੰ ਪਤਾ ਹੈ, ਬੱਚੇ ਨੂੰ ਪਤਾ ਹੈ ਡਸਕੇ 'ਚ ਕੀ ਹੋਇਆ। ਡਸਕਾ ਤੇ ਐਮਕੇਐਮ ਦਾ ਗੜ ਬਣਿਆ ਸੀ। MQM ਦਾ? ਹਾਂ, ਉਹ ਕਿਸ ਤਰ੍ਹਾਂ? ਜਿਹੜਾ ਇਲੈਕਸ਼ਨ ਦੁਬਾਰਾ ਪਹਿਲਾਂ ਹੋਇਆ, ਜਿਹੜਾ ਕਲਅਦਮ ਕਰਾਰ ਦਿੱਤਾ ਗਿਆ, ਕਿਉਂ ਕੀਤਾ ਗਿਆ? ਹਰ ਜਗ੍ਹਾ ਫਾਇਰਿੰਗਾਂ, ਹਰ ਜਗ੍ਹਾ ਇੰਤਸ਼ਾਰ ਫੈਲਾਇਆ ਗਿਆ, ਯਾਨੀ ਕਿ ਫਸਾਦ ਫੈਲਾਇਆ ਗਿਆ। ਹਰ ਜਗ੍ਹਾ ਲੋਕਾਂ ਦੇ ਨਾਲ 2 ਕਤਲ ਵੀ ਹੋਏ ਨੇ। ਔਰ ਸਾਨੂੰ ਪਹਿਲਾਂ ਹੀ ਪਤਾ ਸੀ ਇਹ ਹੋਣਾ ਵੇ। ਇਹ ਸਾਡੇ ਆ ਫੁਹਾਰੇ ਚੌਂਕ ਦੇ ਵਿੱਚ ਅੱਜ ਤੱਕ ਪੂਰੇ ਮੇਰੀ 43 ਸਾਲ ਉਮਰ ਹੋ ਗਈ, ਮੈਂ ਅੱਜ ਤੱਕ ਕਿਸੇ ਇਲੈਕਸ਼ਨ ਦੇ ਵਿੱਚ ਫਾਇਰਿੰਗ ਹੁੰਦਿਆਂ ਨਹੀਂ ਵੇਖੀ। ਜ਼ਿੰਦਗੀ 'ਚ ਫਸਟ ਟਾਈਮ ਮੈਂ ਫਾਇਰਿੰਗ ਹੁੰਦਿਆਂ ਵੇਖੀ। ਅੱਛਾ, ਅਗਰ ਇਹ ਦੁਬਾਰਾ ਅੱਜ ਇਮਰਾਨ ਖਾਨ ਨੇ ਇੱਕ ਬੜਾ ਵਧੀਆ ਯਾਨੀ ਕਿ ਆਪਣਾ ਬਿਆਨ ਚਾੜਿਆ। ਉਹ ਕਹਿੰਦਾ ਕਿ ਮੈਂ ਜੀ ਸਵੇਰ ਆਫਿਸ ਨਹੀਂ ਜਾਂਦਾ, ਮੈਂ ਜਹਾਜ਼ ਤੇ ਨਿਕਲਣਾ ਵਾ। ਉਹ ਕਿਹੜਾ ਜਹਾਜ਼ ਜਿਹੜਾ 8 ਲੱਖ ਰੁਪਇਆ ਤਨਖਾਹ ਲੈ ਕੇ ਤੇ ਬੰਦਾ ਕਰਦਾ ਵੇ? ਅੱਛਾ ਯਾਰ ਬੜੀ ਹੈਰਾਨਗੀ ਵਾਲੀ ਗੱਲ ਏ। ਉਹ ਇਸ ਤਰ੍ਹਾਂ ਦੇ ਮਜ਼ਾਕ ਕਰਦਾ ਇਮਰਾਨ ਖਾਨ ਕਿ ਮੈਂ ਨਾ ਵਾ ਕਿ ਹੀਰ ਕਰ ਛੜੀ ਏ। ਠੀਕ ਹੈ। ਔਰ ਮੇਰੀ ਨਜ਼ਰ ਦੇ ਵਿੱਚ ਮੈਂ ਅੱਜ ਵਾਜ਼ਿਹ ਲਫ਼ਜ਼ਾਂ ਵਿੱਚ ਕਹਿਣਾ ਚਾਹੁੰਦਾ ਵਾਂ, ਮੈਂ 1996 ਦੇ ਵਿੱਚ ਇੱਕ ਅਖਬਾਰ ਪੜ੍ਹੀ ਸੀ ਨਵਾਏ ਵਕਤ। ਮੈਂ ਆਪਣੇ ਆਫਿਸ ਜਾਣਾ ਹਾਂ, ਮੁਹੰਮਦ ਸ਼ਫੀ ਮੁਗਲ ਐਡਵੋਕੇਟ ਮਰਹੂਮ ਪਾਕਿਸਤਾਨ ਪੀਪਲਸ ਪਾਰਟੀ ਦੇ ਜਨਰਲ ਸੈਕਟਰੀ ਜ਼ਿਲ੍ਹਾ ਸਿਆਲਕੋਟ ਦੇ ਨੇ, ਔਰ ਅਲਹਮਦੁਲਿਲਾ ਅਸੀਂ ਅੱਜ ਵੀ ਪੀਪਲਸ ਪਾਰਟੀ ਦੇ ਹਾਂ। ਠੀਕ ਹੈ। ਔਰ ਮੈਂ ਪੜ੍ਹਿਆ ਸੀ ਉਸ ਅਖਬਾਰ ਦੇ ਵਿੱਚ ਹਕੀਮ ਸਈਦ ਮਰਹੂਮ ਸ਼ਹੀਦ, ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਸੀ ਕਿ ਇਮਰਾਨ ਖਾਨ ਨੂੰ ਯਹੂਦੀ ਲਾਬੀਆਂ ਨੇ ਮੁੰਤਖਬ ਕਰ ਲਿਆ। ਠੀਕ ਹੈ। ਉਹਨਾਂ ਦੀ ਕਿਤਾਬ ਹੈ, ਅਗਰ ਕਿਸੇ ਨੇ ਨੌਲੇਜ ਲੈਣਾ ਹੋਵੇ, ਪੜ੍ਹਨਾ ਹੋਵੇ ਤੇ ਪੜ੍ਹ ਵੀ ਸਕਦਾ ਹੈ। ਜਾਪਾਨ ਕੀ ਕਹਾਣੀ 13, 14, 15 ਸਫਾ ਨੰਬਰ ਹੈ, ਉਹ ਪੜ੍ਹ ਲਵੋ, ਉਹ ਕੀ ਲਿਖਿਆ ਉਹਦੇ ਉੱਤੇ। ਨਹੀਂ, ਚਲੋ। ਹਾਲਾਂ ਮੈਨੂੰ ਇੱਕ ਗੱਲ ਹੋਰ ਵੀ ਹੈ ਵੇ। ਗੱਲ ਹੈ ਵੇ ਕਿ ਹਕੀਮ ਸਈਦ ਇੱਕ ਨਫੀਸ ਇਨਸਾਨ ਸੀ। ਠੀਕ ਹੈ। 1200 ਬੰਦਾ ਡੇਲੀ ਉਹ ਚੈੱਕ ਕਰਦਾ ਸੀ, ਫ੍ਰੀ ਦਵਾਈ ਦਿੰਦਾ ਸੀ। ਠੀਕ ਹੈ। ਹੁਣ ਵੇਖਣ ਵਾਲੀ ਗੱਲ ਹੈ ਵੇ ਕਿ ਉਹਦਾ ਇਹਦੇ ਨਾਲ ਕੋਈ ਕਲੈਸ਼ ਤੇ ਨਹੀਂ ਸੀ ਹੈ, ਉਹਨੇ ਕਿਉਂ ਲਿਖਿਆ? ਆਖਰਕਾਰ ਉਹਨੂੰ ਕੁਝ ਨਜ਼ਰ ਆਇਆ ਤੇ ਲਿਆ, ਔਰ 5ਵੇਂ ਦਿਨ ਉਹ ਕਤਲ ਹੋ ਗਿਆ ਸੀ। ਅੱਛਾ, ਮੇਰੀ ਬਾਤ ਹੈ ਵੀ ਸੁਣੋ, ਤੁਸੀਂ ਚਲੋ ਬੁੱਕ ਦਾ ਨਾਮ ਲੈ ਰਹੇ ਹੋ, ਇਤਨੀ ਅਥੈਂਟਿਕ ਤੇ ਨਹੀਂ ਅਸੀਂ ਉਸ ਨੂੰ ਨਾ ਮੰਨ ਸਕਦੇ, ਕਿਉਂਕਿ ਦੇਖੋ ਇੱਕ ਵਕਤ ਦਾ ਵਜ਼ੀਰ ਆਜ਼ਮ ਹੈ, ਉਹਦੇ ਬਾਰੇ ਤੁਸੀਂ ਇਹ ਬਾਤ ਕਰਦੇ। ਅਗਰ ਕੋਈ ਇਸ ਤਰ੍ਹਾਂ ਦੀ ਬਾਤ ਹੈ ਤਾਂ ਤੁਸੀਂ ਉਸ ਨੂੰ ਰੇਟ ਕਰ ਸਕਦੇ ਹੋ। ਦੂਸਰੀ ਬਾਤ ਹੈ ਵੀ ਇੱਕ ਬੰਦਾ ਜਿਹੜਾ ਇਯਾਕ ਨਅਬੁਦੁ ਇਯਾਕ ਨਸਤਾਈਨ ਤੋਂ ਸ਼ੁਰੂ ਕਰਦਾ ਪਿਆ, ਤੁਸੀਂ ਉਸ ਨੂੰ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ? ਉਹਨੂੰ ਅਸਲ ਵਿੱਚ ਨਾ ਸਲਤਨਤ ਉਸਮਾਨੀਆ ਦਾ ਜਿਹੜਾ ਦੌਰ ਹੈ ਨਾ, ਉਹ ਵੀ ਚੈੱਕ ਕਰਕੇ ਵੇਖ ਲਵੋ। ਉਦੋਂ ਵੀ ਇੱਕ ਸਾਈ ਆਇਆ ਸੀ ਜਿਹਨੇ ਆ ਕੇ ਸਾਰਾ ਇੰਤਸ਼ਾਰ ਫੈਲਾਇਆ ਸੀ ਤੇ ਸਲਤਨਤ ਉਸਮਾਨੀਆ ਤਬਾਹ ਹੋ ਕੇ ਰਹਿ ਗਈ। ਅੱਛਾ, ਠੀਕ ਹੈ। ਔਰ ਤੇ ਇਲੈਕਸ਼ਨ ਅਗਰ ਹੁੰਦਾ ਹੈ ਜਾਂ ਇੱਥੋਂ PTI ਜਿੱਤੇਗੀ ਜਾਂ ਨੋਨ ਲੀਗ ਤੁਹਾਡੇ ਖਿਆਲ ਨਾਲ? ਮੇਰਾ ਖਿਆਲ ਹੈ ਐਤਕਾ ਪੀਡੀਆਈ ਪੂਰੇ ਜ਼ੋਰੋ ਸ਼ੋਰ ਨਾਲ ਜਿੱਤੇ। ਥੋੜਾ ਜਿਹਾ ਮੇਰਾ ਵੀ ਬਾਕੀ NA 75 ਦੇ ਵਿੱਚੋਂ ਇਸ ਟਾਈਮ ਨਾ ਸ਼ੇਰ ਤੋਂ ਇਲਾਵਾ ਜਿਹੜਾ ਨਾ ਕੋਈ ਬੰਦਾ ਨਹੀਂ ਜਿੱਤ ਸਕਦਾ। ਠੀਕ ਹੈ।
ਸ਼ੇਰ ਦਾ ਭਾਵੇਂ ਜਿਹੜਾ ਮਰਜ਼ੀ ਖਿਲਾਰ ਦੇਣ ਨਾ, ਲੇਡੀਜ਼ ਖਿਲਾਰ ਦੇਣ, ਜੈਂਟਸ ਖਿਲਾਰ ਦੇਣ, ਠੀਕ ਹੈ ਨਾ। ਸ਼ੇਰ ਤੋਂ ਇਲਾਵਾ ਇੱਥੇ ਕੋਈ ਵੀ ਜਿਹੜੀ ਨਾ ਸੀਟ ਜਿਹੜੀ ਹੈ ਨਾ ਉਹ ਨਹੀਂ ਨਿਕਲ ਸਕਦੀ। ਕੋਈ ਪੀਟੀਆਈ ਹੋਈ ਹੈ ਜਾਂ ਮੈਂ ਬਜ਼ਾਤੇ ਖੁਦ ਪੀਪਲਸ ਪਾਰਟੀ ਦਾ, ਠੀਕ ਹੈ ਨਾ। ਸਾਰੀ ਉਮਰ ਪੀਪਲਸ ਪਾਰਟੀ ਨੂੰ ਵੋਟ ਦਿੱਤਾ, ਠੀਕ ਹੈ ਨਾ। ਘਰ ਸਾਰਾ ਜਿਹੜਾ ਹੈ ਨਾ ਮਕੇ ਜੇਲਾਂ ਕੱਟੀਆਂ ਨੇ, ਸਭ ਕੁਝ ਕੀਤਾ। ਅੱਛਾ ਮੈਨੂੰ ਇੱਕ ਬਾਤ ਦੱਸੋ, 19 ਫਰਵਰੀ ਨੂੰ ਜਿਹੜਾ ਇਲੈਕਸ਼ਨ ਹੋਇਆ ਸੀ ਨਾ, ਪੀਟੀਆਈ ਦੇ ਜਿਹੜੇ ਵੋਟ ਨੇ ਤਕਰੀਬਨ 30 ਤੋਂ 40 ਹਜ਼ਾਰ ਜ਼ਿਆਦਾ ਪਏ ਨੇ 25 ਜੁਲਾਈ 2018 ਦੀ ਨਿਸਬਤ। ਹੁਣ ਤੁਸੀਂ ਇੱਕ ਵਜ੍ਹਾ ਜੀ ਜੀ ਉਹਦੇ 57,000 ਵੋਟ ਦੇ ਸਾਹਿਬਜ਼ਾਦਾ ਸੁਮਾਨ ਖਾਲਸਾ ਨੇ ਐਜ਼ ਅ ਆਜ਼ਾਦ ਮੈਂਬਰ। ਜੀ ਜੀ ਹੁਣ ਉਹ ਬਿਲਕੁਲ ਨਾਲ ਸ਼ਾਨਾ ਬਿਸ਼ਾਨਾ ਹੈ, ਸਪੋਰਟਰ ਹੈ, ਵੋਟਰ ਹੈ। 60 ਪਲੱਸ ਉਦੋਂ ਵੀ ਮੱਲੀ ਸਾਹਿਬ ਲਏ ਸੀ, 57 ਉਹ ਪਾ ਲਓ ਤੇ ਵੋਟ ਤੇ ਉਹ ਹੀ ਹੈ ਸਾਡਾ ਬੈਂਕ ਜਿਹੜਾ ਹੈਗਾ ਵੋਟ ਇਨਸ਼ਾਅੱਲਾ। ਲੇਕਿਨ ਹੁਣ ਇਹ ਫਰਕ ਹੈ ਜਿਹੜੀ ਇਹ ਪੀਡੀਐਮ 'ਚ ਆਪੇ ਜੇ ਨਫਾਕ ਪਿਆ ਹੈ, ਪੀਪੀ ਦਾ ਵੋਟ 18-20 ਹਜ਼ਾਰ ਜਿਹੜਾ ਨੂਨ ਲੀਗ ਨੂੰ ਪਿਆ ਸੀ, ਮੈਨੂੰ ਉਮੀਦ ਹੈ ਅਦਕਾ ਉਹ ਨਹੀਂ ਪੈਣ ਲੱਗਾ। ਜੋ ਕੋਈ ਮੀਡੀਆ ਦੇ ਵੇਖ ਨੇ ਜਿਸ ਤਰ੍ਹਾਂ ਇਹਨਾਂ ਇੱਕ ਦੂਜੇ ਦੇ ਤਨਕੀਦ ਕੱਸੀ ਹੈ ਨਾ, ਉਹ ਵੀ ਵੋਟ ਜਿਹੜਾ ਨਾ ਇਹਨਾਂ ਨੂੰ ਨਹੀਂ ਪੈਣ ਲੱਗਾ, ਇਹਨਾਂ ਨੂੰ ਬੈਨੀਫਿਟ ਮਿਲਿਆ ਹੈ। ਬਾਕੀ ਇਨਸ਼ਾਅੱਲਾ ਹੁਕੂਮਤੀ ਪਾਰਟੀ ਹੈ, ਅਗਰ ਮੱਲੀ ਸਾਹਿਬ ਜਿੱਤਣ ਦੇ ਡਸਕੇ ਦੇ ਵਾਸਤੇ ਬਿਹਤਰ ਹੈ। ਪੈਕੇਜ ਆਉਣ ਦੇ, ਕੱਲ ਵੀ ਕਹਿ ਰਹੇ ਨੇ 1 ਕਰੋੜ ਰੁਪਏ ਦਾ ਪੈਕੇਜ ਆਇਆ ਦਾ, ਰੋਡਾਂ ਬਣਨ ਦੀਆਂ, ਸੀਵਰੇਜ ਬਣੇ ਦੀ, ਕਾਲਜ ਬਣਨ ਦੇ, ਯੂਨੀਵਰਸਿਟੀ ਬਣੇ ਦੀ, ਪਾਰਕਸ ਬਣਨ ਦੇ। ਆਵਾਮ ਨੇ ਆਪਣਾ ਫਾਇਦਾ ਵੇਖਣਾ, ਸਿਟੀ ਗਵਰਨਮੈਂਟ ਨੂੰ ਵੋਟ ਦਿਆ ਜਦੋਂ ਕੋਈ ਕੰਮ ਕਰਾਏਗੀ ਸਾਡਾ, ਨਾ ਕਰਾਏਗੀ ਤੇ ਅਸੀਂ ਉਹਨਾਂ ਨੂੰ ਪੁੱਛਣ ਵਾਲੇ ਤੇ ਬਣਾਂਗੇ। ਸਪੋਰਟ ਕਰੋਗੇ? ਅਸੀਂ ਬੱਲੇ ਨੂੰ ਮੌਕਾ ਕਰਨੀ ਇਨਸ਼ਾਅੱਲਾ। ਬੱਲੇ ਨੂੰ ਕਿਉਂ? ਕਿਉਂਕਿ ਵੇਖੋ ਸਾਰੀ ਉਮਰ ਤੇ ਰਹੇ ਨੇ, ਨੂਨ ਨਿਕਲ ਰਹੇ ਨੇ, ਵੇਖੋ ਕਿਹੜੇ ਕੰਮ ਹੋਏ ਨਾ, ਕੰਮ ਵੇਖਣੇ ਇਹਨਾਂ ਕੋਈ ਕੰਮ ਨਹੀਂ ਨਾ ਕਰਾਇਆ। ਲੇਕਿਨ ਆਵਾਮ ਹੈ ਕਹਿੰਦੀ ਕਿ ਇਮਰਾਨ ਖਾਨ ਦੇ ਦੌਰ ਦੇ ਅੰਦਰ ਤੇ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ। ਉਹਨੇ ਮਹਿੰਗਾਈ ਫਿਰ ਨਾਲ ਹੀ ਹੈ, ਭਾਵੇਂ ਨਾ ਵਕਤ ਨਾਲ ਮਹਿੰਗਾਈ ਵੀ ਹੁੰਦੀ ਹੈ। ਹੈਲੋ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਈ ਜਾਨ, ਹਲਕਾ ਨੇ 75 ਦਾ ਦੁਬਾਰਾ ਇਲੈਕਸ਼ਨ ਦਾ ਐਲਾਨ ਕੀਤਾ ਗਿਆ ਹੈ, ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਠੀਕ ਹੀ ਹੋਣਾ ਚਾਹੀਦਾ ਦੁਬਾਰਾ। ਬਾਕੀ ਜਿਨ੍ਹਾਂ ਦੀ ਕੋਈ ਗਲਤੀਆਂ ਨੇ ਮਤਲਬ ਕਿ ਠੀਕ ਹੋ ਜਾਣਗੇ, ਸਾਹਮਣੇ ਆ ਜਾਣਗੇ। ਬਾਕੀ ਹਕੂਮਤ ਹੀ ਉਹਨਾਂ ਦੀ ਹੈ, ਪੀਟੀਆਈ ਦੀ ਹਕੂਮਤ ਹੈ ਤੇ ਅੱਗੇ ਵੀ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਨਾ। ਸਾਰੀ ਬਾਤ ਕੁਛ ਕਰਨਗੇ ਜੋ ਉਹ ਅੱਗੇ ਆਣਗੇ ਕੁਛ ਕਰਨਗੇ ਨਾ, ਔਰ ਦੂਸਰੇ ਨੇ ਆਗੇ ਫਿਰ ਵੀ ਬੈਠ ਰਹੇ ਨੇ ਵੈਸੇ ਹੀ। ਸਈਦਾ ਨਸ਼ੀਨ ਹੈ ਕਹਿੰਦੀ ਕਿ ਭਈ ਇੱਕ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਦੁਬਾਰਾ ਇਲੈਕਸ਼ਨ ਦਾ ਐਲਾਨ ਕੀਤਾ ਹੈ ਤੇ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਸੀ, ਜਿਹੜੀ ਇਹਨਾਂ ਦੀ ਚੋਰੀ ਪਕੜੀ ਗਈ ਹੈ, ਹੁਣ ਇੱਥੋਂ ਅਸੀਂ ਹੀ ਜਿੱਤਾਂਗੇ। ਚੋਰੀ ਤੇ ਸਾਰਾ ਕੁਝ ਸਾਹਮਣੇ ਹੀ। ਬਾਕੀ ਚਲੋ ਦੁਬਾਰਾ ਹੁੰਦੇ ਉਂਝ ਹੀ ਉਹਨਾਂ ਦੇ ਅੰਡਰ ਜਾ ਜਾਣਾ, ਸਾਰਾ ਫੌਜ ਦੇ ਅੰਡਰ ਜਾ ਜਾਣਾ, ਸਾਰਾ ਕੁਝ ਸਾਹਮਣੇ ਆ ਜਾਏਗਾ ਫਿਰ। ਠੀਕ ਹੈ ਜੋ ਹੋਏਗਾ ਠੀਕ ਹੈ। ਵੈਸੇ ਤੁਹਾਡੇ ਖਿਆਲ ਦੇ ਨਾਲ ਅਗਰ ਇਲੈਕਸ਼ਨ ਹੁੰਦਾ ਦੁਬਾਰਾ ਕੌਣ ਜਿੱਤੇਗਾ? ਦੁਬਾਰਾ ਵੈਸੇ ਜਿੱਦਾਂ ਜੇ ਇਸ ਤਰ੍ਹਾਂ ਦੇਖਿਆ ਜਾਏ ਤਾਂ ਫਿਰ ਅੱਗੋਂ ਸ਼ੇਰ ਜਿੱਤੇਗਾ, ਪਰ ਜਿਤਨਾ ਪੀਟੀਆਈ ਨੂੰ ਚਾਹੀਦਾ ਕੁਝ ਕਰੇਗੀ ਤਾਂ ਫੇਰ ਹੀ ਨਾ। ਮੈਂ ਗੱਲ ਇਹ ਕਰਨਾ ਵਾ ਕਿ ਜਿਹੜਾ ਮੁੰਤਖਬ ਵਜ਼ੀਰ ਆਜ਼ਮ ਹੁੰਦਾ ਨਾ, ਉਹ ਇਸ ਤਰ੍ਹਾਂ ਦੇ ਯੂ ਟਰਨ ਨਹੀਂ ਲੈਂਦਾ। ਅੱਛਾ ਠੀਕ ਹੈ। ਪਹਿਲਾਂ ਕਿਹਾ ਗਿਆ ਜੀ ਹਮਾਦ ਨੂੰ ਕਿ ਚੀਨੀ ਦੇ ਕਪਾਸ ਬਰਾਮਦ ਕਰ ਲਓ, ਬਾਅਦ ਚੋਂ ਵਜ਼ੀਰ ਆਜ਼ਮ ਤੁਹਾਡਾ ਮੁੱਕਰ ਜਾਂਦਾ। ਮੈਂ ਤਾਂ ਕਿਹਾ ਹੀ ਨਹੀਂ, ਮੇਰੇ ਸਿਰ ਤੇ 60 ਵਜੇ। ਇਹ ਦੇਖੋ ਇੱਕ ਜਮਹੂਰੀਅਤ ਨੂੰ ਅਸੀਂ ਹੁਸਨ ਨਹੀਂ ਕਹਾਂਗੇ, ਕਬੀਨਾ ਕਹਿੰਦੀ ਪਈ ਇਹ ਨਹੀਂ, ਉਹਦੇ ਤੇ ਮੁਤਫਿਕ ਨਹੀਂ ਤੇ ਵਜ਼ੀਰ ਆਜ਼ਮ ਉਹ ਫੈਸਲਾ ਚੇਂਜ ਕਰਦਾ ਪਿਆ। ਮੈਂ ਵਜ਼ੀਰ ਆਜ਼ਮ ਤਾਂ ਚੇਂਜ ਕਰਦਾ ਪਿਆ ਤੇ ਵਜ਼ੀਰ ਆਜ਼ਮ ਮੰਨਦਾ ਵੀ ਨਹੀਂ ਪਿਆ। ਵਜ਼ੀਰ ਆਜ਼ਮ ਮੰਨਦਾ ਦੇਖੋ ਵੀ ਨਾ, ਨਹੀਂ। ਕਬੀਨਾ ਦਾ ਫੈਸਲਾ ਹੈ ਨਾ ਯਾਰ ਸਿੰਪਲ ਜੀ ਗੱਲ ਏ, ਮੈਂ ਇੱਕ ਹੀ ਗੱਲ ਕਰਾਂਗਾ, 50 ਸਾਲ ਵੀ ਬੈਠਾ ਰਹੇ ਤੇ ਕੁਝ ਨਹੀਂ ਹੋਣਾ। ਕੁਝ ਨਹੀਂ ਹੋ ਸਕਦਾ। ਅੱਛਾ ਤੁਸੀਂ ਕੀ ਕਹਿੰਦੇ ਹੋ? ਇਹ ਤੇ ਜੀ ਕਹਿਣਾ ਕਹਾਣਾ ਕਿ ਇਹ ਜਾਂ ਤੇ ਗਰੀਬਾਂ ਲੋਕਾਂ ਨਾਲ ਤਾਵਨ ਕਰੇ, ਹੋਰ ਕੋਈ ਨਹੀਂ, ਤੇ ਮਹਿੰਗਾਈ ਜਿਹੜੀ ਉਹ ਹੀ ਖਤਮ ਕਰਨੀ ਚਾਹੀਦੀ ਹੈ। ਭਾਵੇਂ ਕਿਤੋਂ ਮਰਜ਼ੀ ਇਹ ਦੱਸਦੇ ਨੇ 2000 ਚੀਨੀ ਦਾ ਤੋੜਾ ਪਏ ਆ, ਫਲਾਣਾ ਪਏ ਆ, ਉਹਨਾਂ ਨੂੰ ਫੜ ਕੇ ਇੱਥੇ ਗਰੀਬਾਂ ਲੋਕਾਂ ਨੂੰ ਕਿਉਂ ਨਹੀਂ ਤਕਸੀਮ ਕਰਦੇ ਜਾਂ ਮੁੱਲ ਹੀ ਵੇਚਣ, ਰੇਟ ਕੱਢਣ। ਫਿਰ ਵੀ ਗੱਲ ਹੈ, ਅੱਗੇ ਨੂੰ ਆਟਾ ਨਹੀਂ ਲੱਭਦਾ ਪਿਆ, ਕਿਸੇ ਨੂੰ ਘਿਓ ਨਹੀਂ ਪਿਆ ਲੱਭਦਾ, ਕਿਸੇ ਨੂੰ ਚੀਨੀ ਨਹੀਂ ਪਿਆ ਲੱਭਦੀ, ਅੱਗੋਂ ਰੋਜ਼ੇ ਆ ਰਹੇ ਨੇ। ਹੁਣ ਹੀ ਜਿਹੜਾ ਰੇਟ ਨੇ ਨਾ, ਚੌਣੇ ਰੇਟ ਨੇ, ਗਰੀਬ ਆਦਮੀ ਤੇ ਰੋਟੀ ਨਹੀਂ ਖਾ ਸਕਦਾ। ਠੀਕ ਹੈ। ਉਹਦੇ ਵਿੱਚ ਇਹ ਵੀ ਕਿ ਜਾਂ ਤੇ ਕਿਸੇ ਗਰੀਬ ਨਾਲ ਤਾਵਨ ਹੋਏ, ਅਮੀਰ ਨੂੰ ਤੇ ਫਰਕ ਹੀ ਕੋਈ ਨਹੀਂ ਅੱਛਾ ਪੈਂਦਾ। ਤੇ ਤੁਹਾਡੇ ਖਿਆਲ ਨਾਲ ਫਿਰ ਇਮਰਾਨ ਖਾਨ ਨਾਲੋਂ ਨਵਾਜ਼ ਸ਼ਰੀਫ ਠੀਕ ਸੀ? ਨਵਾਜ਼ ਸ਼ਰੀਫ ਚਲੋ ਮੇਰਾ ਮਤਲਬ ਕਹਿੰਦਾ ਕਾਰੋਬਾਰੀ ਸੀ, ਭਾਵੇਂ ਬਾਹਰੋਂ ਕਰਜ਼ਾ ਲੈਂਦੇ ਸਨ, ਕੋਈ ਲਾਉਂਦੇ ਸਨ ਮੁਲਕ ਤੇ, ਆਵਾਮ ਤੇ ਕੋਈ ਸਹੂਲਤ ਦਿੰਦੇ ਸਨ। 2 ਰੁਪਏ ਦੀ ਉਹਨੇ ਰੋਟੀ ਵਿਕਾ ਛੜੀ ਸੀ, ਅੱਜ 15 ਰੁਪਏ ਦੀ, 10 ਰੁਪਏ ਦੀ ਰੋਟੀ ਹੈ। ਅੱਛਾ। ਇਹ ਤਰੀਕਾ ਘਰ ਤਾਂ ਨਹੀਂ ਨਾ ਹੈ। ਜੀ ਚਲੋ ਠੀਕ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅੱਛਾ ਇਹ ਹਲਕਾ ਨੇ 75 ਦਿਨ ਤੋਂ ਦੁਬਾਰਾ ਇਲੈਕਸ਼ਨ ਦਾ ਐਲਾਨ ਕੀਤਾ ਗਿਆ, ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਨਾ ਮਹਿੰਗਾਈ ਬਹੁਤ ਹੋ ਗਈ ਹੈ। ਅਸੀਂ ਪਹਿਲਾਂ ਮਰਾਹਾਂ ਦੇ ਵੋਟ ਸਾ, ਹੁਣ ਮਰਾਹਾਂ ਨੂੰ ਵੋਟ ਨਹੀਂ ਦੇਣਾ। ਅੱਛਾ। ਮਹਿੰਗਾਈ ਬਹੁਤ ਹੋ ਗਈ ਹੈ। ਕਿਉਂ ਜੀ? ਹਰ ਪਾਸੇ ਹੀ ਆਈ ਹਿਸਾਬ ਹੈ, ਕਾਰੋਬਾਰ ਹੈ ਕੋ ਨਹੀਂ, ਦੁਨੀਆ ਖੱਜਲ ਖਰਾਬੀ ਹੁੰਦੀ ਹੈ। ਅੱਛਾ ਠੀਕ ਹੈ। ਮਤਲਬ ਤੁਹਾਡੇ ਖਿਆਲ ਦੇ ਨਾਲ ਇਮਰਾਨ ਖਾਨ ਦੀ ਹੁਕੂਮਤ ਸਹੀ ਨਹੀਂ? ਨਹੀਂ ਨਹੀਂ ਕੋਈ ਕੰਮ ਨਹੀਂ। ਹਾਲੇ ਇਹ ਬੜੀ ਸਪੋਰਟ ਕੀਤੀ ਹੈ ਹਰ ਦਫਾ। ਕਿਉਂ ਜੀ? ਇਹ ਕੋਈ ਮਜ਼ਾ ਹੀ ਨਹੀਂ ਆਇਆ ਇਹਦਾ। ਇਹਦਾ ਪਿਛਲੀ ਪਾਸੇ ਦਾ ਸਾਡਾ ਸਵਾਦ ਖਰਾਬ ਹੋ ਗਿਆ। ਕੋਈ ਕਾਰੋਬਾਰ ਨਹੀਂ। ਅਸੀਂ 6 ਸਾਹਿਬ ਦੀ ਦੁਕਾਨਦਾਰ, ਅਸੀਂ ਵੀ ਦੁਕਾਨਦਾਰ ਹਾਂ, ਕੋਈ ਕਾਰੋਬਾਰ ਨਹੀਂ। ਇਹ ਦੇ ਆਪੋਜੀਸ਼ਨ ਜੇ ਨੇ, ਉਹ ਦੇ ਅੱਗੇ ਬਰਤਾਨੀਆ ਜਾਣ ਦੇ ਮਰੀਮ ਸਾਹਿਬਾ ਮਿੰਤ ਤਰਲਾ ਕਰਦੀ ਵੀ ਜੇ ਕਿਸੇ ਵਾਲੇ ਵੀ ਟਿਕਟ ਹੋ ਸਕਦੀ ਉਹਨਾਂ ਦੀ।
ਉਹਨਾਂ ਦੀ ਕਿਆਦਤ ਹੀ ਕੋਈ ਨਹੀਂ ਹੈ 20 ਬੰਦੇ ਉਹਨਾਂ ਦੇ ਸਾਰੇ ਅੱਛਾ, ਤੇ ਹੁਣ ਤੱਕ ਦੀ ਜਿਹੜੀ ਆਖਰੀ ਸਵਾਲ ਮੈਂ ਕਰਨਾ ਕਿ ਹੁਣ ਤੱਕ ਦੀ ਜਿਹੜੀ ਖਾਨ ਸਾਹਿਬ ਦੀ ਹਕੂਮਤ ਹੈ ਉਹਦੇ 'ਚ ਉਹਨਾਂ ਦੀ ਕਾਰਕਰਦਗੀ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਕਾਰਕਰਦਗੀ ਜੀ ਮੈਂ ਬੇਸ਼ੱਕ ਪੀਟੀਆਈ ਦਾ ਮਹਿੰਗਾਈ ਬਹੁਤ ਜ਼ਿਆਦਾ ਹੈ, ਗਰੀਬ ਆਦਮੀ ਦੇ ਹਾਲਾਤ ਬਹੁਤ ਤੰਗ ਨੇ, ਉਹ ਲੱਗੇ ਨੇ ਦਿਨ ਰਾਤ ਮਿਹਨਤ ਕਰਨ, ਇਹ ਤੇ ਫੋਕਸ ਕਰਨ। ਬਾਕੀ ਕਾਨੂੰਨ ਸ਼ਨੂਨ ਸਾਰਾ ਕੁਝ ਇਦਾਰੇ ਠੀਕ ਕਰਦੇ ਨੇ, ਕਰਦੇ ਰਹਿੰਦੇ, ਲੇਕਿਨ ਆਮ ਆਦਮੀ ਦੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ, ਨਾ ਆਮ ਆਦਮੀ ਨੂੰ ਪਤਾ ਇਹ ਕੀ ਹੋ ਰਿਹਾ। ਆਮ ਆਦਮੀ ਵਾਸਤੇ ਰਿਲੀਫ ਕਰਨ, ਕੋਈ ਆਟੇ ਦੇ ਸਬਸਿਡੀ ਦੇਣ, ਕੋਈ ਬਿਜਲੀ ਦੇ ਦੇਣ, ਉਹ ਆਮ ਆਦਮੀ ਵਾਸਤੇ ਕੋਈ ਕਰਨ ਦੇ ਤੇ ਬਿੱਲ ਇਹਨਾਂ ਨੂੰ ਕੋਈ ਸ਼ੈ ਨਹੀਂ ਫੜਦੀ। ਆਪਣੀ ਕਬੀਨਾ ਦੇ ਅੰਦਰ ਜਿਹੜਾ ਥੋੜੇ ਦਿਨ ਬਾਅਦ ਜਿਹੜੀਆਂ ਤਬਦੀਲੀਆਂ ਕਰ ਦਿੰਦੇ ਨੇ, ਇੱਕ ਆਮ ਸ਼ਹਿਰੀ ਹੋਣ ਦੇ ਨਾਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਬੀਨਾ ਦੇ ਵਿੱਚ ਮੋਸਟਲੀ ਚੋਰ ਨੇ ਜਿਹੜੇ ਇੱਧਰੋਂ ਉੱਧਰੋਂ ਆਏ ਨੇ, ਉਹ ਵੀ ਮਾਫੀਆ ਦਾ ਪਾਰਟ ਨੇ, ਉਹਨਾਂ ਦੀਆਂ ਮਦਰਦੀਆਂ ਕਿਧਰੇ ਨੇ, ਉਹ ਹਰ ਕਬੀਨਾ 'ਚ ਹੁੰਦੇ ਨੇ, ਉਹ ਬੰਦੇ ਚੰਦ ਬੰਦੇ ਨਾ 90 ਤੋਂ ਲੈ ਕੇ ਹਰ ਕਬੀਨਾ 'ਚ ਹੁੰਦੇ ਨੇ, ਉਹ ਰੀਸ਼ਫਲ ਕਰਦੇ ਨੇ, ਆਸਤਾ ਆਸਤਾ ਅੱਲਾ ਕਰੇ ਤਾਂ ਇਨਸ਼ਾਅੱਲਾ ਬਿਹਤਰ ਹੋਏਗਾ। ਜੀ ਭਾਈ ਬਾਕੀ ਤੁਸੀਂ ਇਮਰਾਨ ਖਾਨ ਨੇ ਜਿਹੜੇ ਵਾਅਦੇ ਕੀਤੇ ਸਨ, ਮੈਂ ਮਹਿੰਗਾਈ ਕੰਟਰੋਲ ਕਰਾਂਗਾ, ਮੈਂ ਗੁਰਬਤ ਮੁਕਾਵਾਂਗਾ, ਮੈਂ ਕਿਸੇ ਹੱਥ ਕਰਜ਼ਾ ਨਹੀਂ ਚੁਕਾਂਗਾ, ਮੈਂ ਜੋ ਵੀ ਉਹਨੇ ਵਾਅਦੇ ਕੀਤੇ ਸਨ, ਮੈਂ ਕਰੋੜ ਨੌਕਰੀਆਂ ਦਿਆਂਗਾ, ਮੈਂ 50 ਲੱਖ ਘਰ ਦਿਆਂਗਾ, ਐਰਾ ਵਗੈਰਾ, ਉਹ ਕਿਸੇ ਵੀ ਗੱਲ ਦੇ ਉੱਤੇ ਨਾ ਆਪਣੇ ਮਿਆਰ ਦੇ ਉੱਤੇ ਪੂਰਾ ਨਹੀਂ ਉਤਰਿਆ। ਇਹ ਨਹੀਂ ਕਿ ਮੈਂ ਕਹਿ ਰਿਹਾ, ਹਰ ਚੈਨਲ ਤੇ ਹਰ ਬੱਚੇ ਨੂੰ, ਹਰ ਵੱਡੇ ਨੂੰ, ਹਰ ਦਰਮਿਆਨੇ ਫਿਕਰ ਨੂੰ ਪਤਾ ਕਿ ਉਹਨੇ ਕੋਈ ਵੀ ਵਾਅਦਾ ਆਪਣਾ ਪੂਰਾ ਨਹੀਂ ਕੀਤਾ, ਤੇ ਅਲਹਮਦੁਲਿਲਾ ਜਿਹੜਾ ਹੁਣ ਵੀ ਕਰ ਰਿਹਾ ਉਹ ਵੀ ਨਹੀਂ ਉਹ ਪੂਰਾ ਕਰੇਗਾ, ਠੀਕ ਹੈ ਨਾ। ਇਸ ਤੋਂ ਇਲਾਵਾ ਉਹਨੂੰ ਕੁਝ ਵੀ ਨਹੀਂ ਹੈ, ਠੀਕ ਹੈ। ਉਹਨੂੰ ਤੇ ਆਪਣੇ ਆਪ ਦਾ ਨਹੀਂ ਪਤਾ ਹੈ ਕਿ ਮੇਰੀ ਕਬੀਨਾ 'ਚ ਜਿਹੜੀ ਹੈ ਨਾ, ਕਬੀਨਾ 'ਚ ਬੰਦੇ ਕਿੰਨੇ ਨੇ, ਮੈਂਬਰ ਕਿੰਨੇ ਨੇ। ਉਹ ਕਹਿੰਦਾ ਮੈਂ ਅਕੇਲਾ ਨਹੀਂ ਲੜ ਸਕਦਾ, ਕਦੀ ਕਹਿੰਦਾ ਮੈਂ ਆਖਰੀ ਗੇਂਦ ਤੱਕ ਲੜਾਂਗਾ, ਤੇ ਮੈਂ ਕਦੀ ਹਾਰ ਨਹੀਂ ਮੰਨਣੀ, ਮੈਂ ਆਪਣੀ ਆਖਰੀ ਗੇਂਦ ਤੱਕ ਲੜਾਂਗਾ। ਪਰ ਅਫਸੋਸ ਅੱਜ ਵੀ ਉਹਨੇ ਇੱਕ ਬਿਆਨ ਦਿੱਤਾ ਕਿ ਮੈਂ ਅਕੇਲਾ ਕੁਝ ਵੀ ਨਹੀਂ ਕਰ ਸਕਦਾ। ਇਸ ਤੋਂ ਪਹਿਲੇ ਉਹ ਕਹਿੰਦਾ ਰਿਹਾ, ਬਿਆਨ ਦਿੰਦਾ ਰਿਹਾ, ਮੈਂ ਆਖਰੀ ਗੇਂਦ ਤੱਕ ਲੜਾਂਗਾ, ਆਖਰੀ ਗੇਂਦ ਤੱਕ ਨਹੀਂ, ਲੜਾਂਗਾ। ਇਹਦਾ ਜਿਹੜਾ ਉਸਨੇ ਕਿਹਾ ਨਾ ਕਿ ਮੈਂ ਅਕੇਲਾ ਕੁਝ ਨਹੀਂ ਕਰ ਸਕਦਾ, ਉਹਦੇ 'ਚ ਉਹਦਾ ਇੱਕ ਆਵਾਮ ਮੇਰਾ ਸਾਥ ਦੇ, ਉਹਨੇ ਇਹ ਵੀ ਬਾਤ ਕਹੀ। ਆਵਾਮ ਅੱਗੇ ਵੀ ਸਾਥ ਦਿੱਤੀ ਹੈ ਨਾ, ਆਵਾਮ ਨੇ ਅੱਗੇ ਵੀ ਇੰਨਾ ਸਾਥ ਦਿੱਤਾ। ਆਵਾਮ ਦੀ ਜਿੱਥੋਂ ਤੱਕ ਗੱਲ ਹੈ ਨਾ, ਆਵਾਮ ਦਾ ਮਿਆਰ ਹੈ ਵੇ, ਉਹ ਜਿਹੜਾ ਚੋਰ ਤਰੀਖ ਤੇ ਆਉਂਦਾ ਹੈ ਨਾ, ਉਹ ਅੱਜ ਵਿਕਟਰੀ ਬਣਾਉਂਦਾ ਹੈ ਤੇ ਆਵਾਮ ਹਾਰ ਪਾਉਂਦੀ ਹੁੰਦੀ ਹੈ। ਆਵਾਮ ਨੇ ਕੀ ਕਰਨਾ? ਠੀਕ ਹੈ। ਆਵਾਮ ਜਿੰਨਾ ਤੱਕ ਆਪਣੀ ਸੋਚ ਬਦਲੇ ਦੀ ਨਹੀਂ, ਸਾਹਮਣੇ ਨਜ਼ਰ ਆਉਂਦਾ ਹੈ ਚੋਰ ਇਹ ਮੁਲਕ ਦੇ ਮੁਜਰਮ ਨੇ, ਇਹਨਾਂ ਨੂੰ ਰਿਜੈਕਟ ਨਹੀਂ ਕਰਾਂਦੇ, ਉਨੀ ਤੱਕ ਖਾਨ ਸਾਹਿਬ ਹੀ नहीं ना कुछ गले कर सकते, कोई सानू भी अपना हिस्सा पाना पड़ेगा इंशाल्लाह। नाज़रीन, ये था आज का हमारा प्रोग्राम जो हमने हल्का NA-75 डस्का के अंदर किया और आवाम से जानने की कोशिश की कि अगर दोबारा हल्का NA-75 के अंदर इलेक्शन होते हैं तो आवाम किसको सपोर्ट करती है। कैमरामैन हमादुर रहमान और ज़ुबैर और वसी के साथ असदुर रहमान, HAR TV डस्का।